तू सुल्तान कहाँ हो मियाँ, तेरी कवन वडाई। जो तू देह सो कहाँ सुआमी, मैं मूर्ख कहन ना जाई। सतनाम श्री वाहिगुरु साहिब जी। फरीदा थियो पवाही दभ, जे साईं लोड़ै सब। एक छिजै ब्याल ताड़ियै, तां साईं दे दरवाड़ियै। फरीदा खाक न निंदियै, खाकू जेड़ ना कोई। जीवन दियां पैरां तलै, मोया उपर होए। फरीदा खाक न निंदियै, खाकू जेड़ न कोई। जीवन दियां पैरां तलै, मोया उपर होए। साहिब सच्चे पातशाह वालिए कुल आलम शाहे शहनशाह सतगुरु, खंडां ब्रह्मंडां दे जाननहार प्रभु प्रवीण सतगुरु श्री गुरु ग्रंथ साहिब महाराज जी की पाक पवित्र हजूरी अंदर सुभाईमान सतसंगी जनों, वड्ड भाग्य खां प्रेम भावना दे नाल बैठ के गुरमुख प्यारियां पासों रब्बी बाणी दा कीर्तन आप जी ने सरवण किया। लड़ीवार मुताबक श्लोक भगत फरीद जी के पावन बचनां दी विचार आप जी दे नाल सांझी कीती जा रही है। आओ सतगुर दाता कृपा करे, असी अणजान बुद्ध दे मालकां, समझ कोई नहीं, ते गुरु दे चरनां च एक अरदास करिए, दीजै बुद्ध विवेका। हे वाहिगुरु, तेरी दित्ती हुई बुद्ध दे नाल, तेरी दित्ती हुई मत दे नाल ही तैनूं आपां विचार सकीए, क्योंकि साडे कोल अपनी मत नहीं, अपनी समझ नहीं। सो ये अरदास गुरु चरनां विच करिए ते आओ गुरु चरनां विच फतेह दी सांझ पाइए। प्यार अदब सत्कार नाल इक्के वारी कहण ते आखो जी, वाहिगुरू जी का खालसा वाहिगुरू जी की फतेह। भगत फरीद जी दे आप जी ने 16 नंबर अते 17 नंबर पावन बचन सरवण किया। इन्हां बचनां दे अंदर भगत फरीद जी ने दो उदाहरणां दा जिक्र किया, एक दब ते एक खाक। जदों तुसी धन गुरु ग्रंथ साहिब महाराज जी की बाणी पढ़ते हो ना, सतगुरु जी ने कुदरत के झलकारियां दे विचों ही मनुख नूं कुदरत के भांत भांत के दिसदे दृष्टमान दे विचों उदाहरणां दे के चंगे गुणां दे नाल इहदी सांझ पवाई है।
ਜੋ ਕੁਝ ਆਪਾਂ ਵੇਖਦੇ ਹਾਂ, ਭਾਵੇਂ ਉਹ ਜੀ ਨੇ, ਜੰਤ ਨੇ, ਕੁਦਰਤ ਦੇ ਅੰਦਰ ਜੋ ਬਣਿਆ, ਭਾਵੇਂ ਉਹ ਘਾਹ ਹੈ, ਭਾਵੇਂ ਉਹ ਦਰਖਤ ਨੇ, ਭਾਵੇਂ ਉਹ ਇਸ 'ਤੇ ਰਹਿਣ ਵਾਲੇ ਜੀਵ ਨੇ, ਜੰਤ ਨੇ, ਪਸ਼ੂ ਨੇ, ਜਾਨਵਰ ਨੇ, ਸਭ ਦੇ ਵਿੱਚੋਂ ਨਾ ਸਤਿਗੁਰੂ ਜੀ ਨੇ ਚੰਗੇ ਗੁਣ ਲਏ ਤੇ ਚੰਗੇ ਗੁਣ ਲੈ ਕੇ ਇਨਸਾਨ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਬਣਨਾ ਜਾਂ ਨਾ ਬਣਨਾ ਇਹ ਮਨੁੱਖ ਦੇ ਉੱਤੇ ਡਿਪੈਂਡ ਕਰਦਾ, ਬੰਦੇ ਤੇ ਕਰਦਾ ਕਿ ਵੀ ਇਹਨੇ ਕਿਹੋ ਜਿਹਾ ਬਣਨਾ ਹੈ। ਸਤਿਗੁਰੂ ਜੀ ਦੀ ਬਾਣੀ ਨੇ ਸਾਡੇ ਤੇ ਕੋਈ ਧੱਕਾ ਨਹੀਂ ਕੀਤਾ, ਇਹ ਤਾਂ ਆਪੋ ਆਪਣੀ ਸਮਝ, ਆਪੋ ਆਪਣੀ ਵਿਚਾਰ ਹੈ। ਜਿੰਨਾ ਕੋਈ ਵਿਚਾਰ ਲੈਂਦਾ ਹੈ ਓਨਾ ਕੋਈ ਸਮਝਦਾਰ ਬਣ ਜਾਂਦਾ ਹੈ, ਤੇ ਜਿਹੜਾ ਨਹੀਂ ਵਿਚਾਰਦਾ ਉਹ ਸਾਰੀ ਜ਼ਿੰਦਗੀ ਬੇਸਮਝ ਹੀ ਰਹਿੰਦਾ। ਭਾਵੇਂ ਉਹਨੂੰ ਜਿੰਨੀਆਂ ਮਰਜ਼ੀ ਉਦਾਹਰਨਾਂ ਦੇ ਦਿਓ, ਭਾਵੇਂ ਉਹਨੂੰ ਜੋ ਮਰਜ਼ੀ ਕਹਿ ਲਓ, ਸਤਿਗੁਰੂ ਜੀ ਕਹਿੰਦੇ ਆ ਉਸ ਬੰਦੇ ਨੇ ਰੱਬ ਦੀ, ਗੁਰੂ ਦੀ ਗੱਲ ਤੇ ਭਰੋਸਾ ਨਹੀਂ ਕਰਨਾ। ਉਹਦਾ ਆਪਣਾ ਤੇ ਕਈ ਵਾਰ ਭਰੋਸਾ ਟੁੱਟਾ ਹੁੰਦਾ, ਉਹ ਦੂਜੇ ਦੇ ਵੀ ਭਰੋਸੇ ਨੂੰ ਕਈ ਵਾਰ ਤੋੜ ਦਿੰਦਾ। ਬੇਨਤੀ ਕਰਨ ਲੱਗਾ ਸਾਂ, ਭਗਤ ਫਰੀਦ ਜੀ ਨੇ ਇਹਨਾਂ ਦੋ ਬਚਨਾਂ ਦੇ ਅੰਦਰ ਦੋ ਉਦਾਹਰਨਾਂ ਦਿੱਤੀਆਂ ਨੇ, ਇੱਕ ਤਾਂ ਦਬ ਦੀ ਤੇ ਇੱਕ ਖਾਕ ਦੀ। ਚੇਤੇ ਰੱਖਣਾ, ਇਹਨਾਂ ਦੋਹਾਂ ਚੀਜ਼ਾਂ ਦੇ ਨਾਲ ਹੀ ਬੰਦੇ ਦਾ ਵਾਸਤਾ ਹੈ। ਦੋਵੇਂ ਚੀਜ਼ਾਂ ਨਾਲ ਬੰਦਾ ਜਿਹੜਾ ਉਹ ਆਮ ਸੰਸਾਰ ਤੇ ਆਪਾਂ ਵੇਖਦੇ ਹਾਂ ਤਾਲਮੇਲ ਬਣਾ ਕੇ ਰੱਖਦਾ ਹੈ। ਆਓ ਭਗਤ ਫਰੀਦ ਜੀ ਨੇ ਇਸ ਪਾਵਨ ਬਚਨ ਦੇ ਅੰਦਰ ਜੋ ਉਦਾਹਰਨਾਂ ਦਿੱਤੀਆਂ ਨੇ, ਉਹਨਾਂ ਰਾਹੀਂ ਮਨੁੱਖਤਾ ਨੂੰ ਕੀ ਸਮਝਾਇਆ, ਸੰਸਾਰ ਨੂੰ ਕੀ ਉਪਦੇਸ਼ ਦਿੱਤਾ ਹੈ, ਉਹਨੂੰ ਆਪਾਂ ਵਿਚਾਰਨਾ ਹੈ। ਭਗਤ ਫਰੀਦ ਜੀ ਕਹਿੰਦੇ ਆ, ਫਰੀਦਾ ਥੀਓ ਪਵਾਹੀ ਦਬ, ਜੇ ਸਾਈਂ ਲੋੜੈ ਸਭ। ਇਹਦੇ ਭਾਵ ਅਰਥਾਂ ਨੂੰ ਸਮਝਿਓ। ਹੇ ਫਰੀਦ, ਤੂੰ ਪਹੇ ਦੀ ਦਬ ਵਰਗਾ ਬਣ ਜਾ। ਹੁਣ ਪਹੇ ਦੀ ਦਬ ਕਿਹੋ ਜਿਹਾ, ਉਹਦੇ ਅੰਦਰ ਐਸਾ ਕਿਹੜਾ ਗੁਣ ਹੈ, ਉਹਦੇ ਅੰਦਰ ਐਸੀ ਕਿਹੜੀ ਕੁਆਲਿਟੀ ਹੈ ਜਿਹਦੇ ਬਾਰੇ ਭਗਤ ਫਰੀਦ ਜੀ ਕਹਿੰਦੇ ਆ ਤੂੰ ਇਹਦੇ ਵਰਗਾ ਬਣ ਜਾ। ਜੇ ਉਹਦੇ ਵਰਗਾ ਬਣਨ ਦੇ ਲਈ ਕਹਿ ਰਿਹਾ, ਇਹਦਾ ਮਤਲਬ ਇਹ ਹੈ ਵੀ ਉਹਦੇ ਅੰਦਰ ਕੋਈ ਚੰਗਾ ਗੁਣ ਹੈ, ਉਹਦੇ ਅੰਦਰ ਕੋਈ ਐਸੀ ਗੱਲ ਹੈ ਜਿਹੜੀ ਸਾਨੂੰ ਰੱਬ ਦੇ ਘਰ ਤੱਕ ਲਿਜਾ ਸਕਦੀ ਹੈ, ਰੱਬ ਦੇ ਦਰ ਤੇ ਪ੍ਰਵਾਨ ਕਰਵਾ ਸਕਦੀ ਹੈ। ਜ਼ਰੂਰ ਐਸੀ ਕੋਈ ਗੱਲ ਹੋਏਗੀ। ਆਓ ਉਸ ਦਬ ਦੇ ਕੋਲੋਂ ਪੁੱਛੀਏ, ਜਾਂ ਉਸ ਦਬ ਨੂੰ ਆਪਾਂ ਵੇਖੀਏ ਕਿ ਉਹਦੇ ਅੰਦਰ ਕੀ ਗੁਣ ਹੈ। ਕਿ ਭਗਤ ਫਰੀਦ ਜੀ ਕਹਿੰਦੇ ਆ, ਜੇ ਤੂੰ ਉਸ ਦਬ ਵਰਗਾ ਬਣ ਜਾ ਨਾ, ਜੇ ਸਾਈਂ ਲੋੜੈ ਸਭ, ਤੇ ਅੱਗੇ ਕਹਿ ਦਿੱਤਾ ਜੇ ਤੂੰ ਮਾਲਕ ਪ੍ਰਭੂ ਨੂੰ ਹਰ ਥਾਂ ਭਾਲਦਾ ਹੈ, ਭਾਵ ਵੇਖਣਾ ਚਾਹੁੰਦਾ ਹੈ, ਤੇ ਫਿਰ ਦਬ ਵਰਗਾ ਬਣ। ਦਬ ਦੇ ਅੰਦਰ ਪਤਾ ਕੀ ਗੁਣ ਹੈ ਸਾਧ ਸੰਗਤ, ਜਿਹੜੀ ਦਬ ਹੈ ਨਾ, ਕਈ ਵਾਰ ਤੁਸੀਂ ਵੇਖਿਆ ਹੋਏਗਾ ਉਹਨੂੰ ਪੁੱਟ ਕੇ ਆਮ ਸੜਕ ਤੇ ਵਿਛਾ ਦਿੱਤਾ ਜਾਂਦਾ ਹੈ, ਘਾਹ ਦੀ ਤਰ੍ਹਾਂ ਹੁੰਦੀ ਹੈ ਉਹਨੂੰ ਜਦੋਂ ਪੁੱਟ ਕੇ ਸੜਕ ਤੇ ਵਿਛਾ ਦਿੱਤਾ ਜਾਂਦਾ ਹੈ, ਹੌਲੀ ਹੌਲੀ ਉਹ ਸੁੱਕਦੀ ਹੈ। ਉਹ ਸੁੱਕ ਗਈ। ਸੁੱਕਣ ਤੋਂ ਬਾਅਦ ਉਸ ਦਬ ਦਾ, ਜਿਹੜੇ ਵਿਦਵਾਨਾਂ ਅਰਥ ਕੀਤੇ ਮੈਂ ਵੀ ਤੁਹਾਡੇ ਨਾਲ ਸਾਂਝੇ ਕਰ ਰਿਹਾ, ਸੁੱਕਣ ਤੋਂ ਬਾਅਦ ਤੁਸੀਂ ਵੇਖਣਾ, ਜਦੋਂ ਮੁਸਲਮਾਨ ਨਮਾਜ਼ ਪੜ੍ਹਦਾ ਹੈ ਨਾ, ਨਮਾਜ਼ ਪੜ੍ਹਨ ਤੋਂ ਪਹਿਲਾਂ ਆਪਣੇ ਥੱਲੇ ਉਹ ਕੁਝ ਵਿਛਾਉਂਦਾ ਹੈ, ਉਹਨੂੰ ਕੀ ਕਹਿੰਦੇ ਆ, ਮੁਸੱਲਾ। ਉਹ ਮੁਸੱਲਾ ਵਿਛਾਇਆ ਜਾਂਦਾ ਹੈ। ਤੇ ਵਿਦਵਾਨ ਇਹ ਗੱਲ ਕਹਿੰਦੇ ਆ, ਉਸ ਦਬ ਤੋਂ ਬਣਿਆ ਹੋਇਆ ਉਹ ਮੁਲਾਇਮ ਮੁਸੱਲਾ ਵੇਖ ਰੱਬ ਦੇ ਘਰ ਤੱਕ ਪਹੁੰਚ ਗਿਆ। ਜੇ ਉਹ ਦਬ ਦਾ ਬਣਾਇਆ ਹੋਇਆ ਮੁਸੱਲਾ ਉਹਦੇ ਤੇ ਬਹਿ ਕੇ ਕੋਈ ਨਮਾਜ਼ ਪੜ੍ਹਦਾ, ਰੱਬੀ ਇਬਾਦਤ ਕਰ ਸਕਦਾ ਹੈ, ਵੇਖ ਉਹ ਤੇਰੇ ਨਾਲੋਂ ਚੰਗਾ ਫਿਰ ਉਹ ਦਬ ਦਾ ਬਣਿਆ ਹੋਇਆ ਮੁਸੱਲਾ ਹੈ। ਇਸ ਕਰਕੇ ਮੈਂ ਤੈਨੂੰ ਕਹਿਣਾ ਕਿ ਉਹਦੇ ਅੰਦਰ ਬੜਾ ਗੁਣ ਹੈ। ਉਹ ਚੇਤੇ ਰੱਖੀ, ਧਰਤੀ ਤੋਂ ਉੱਠ ਕੇ ਰੱਬ ਦੇ ਦਰ ਤੱਕ ਜਾ ਪਹੁੰਚਿਆ, ਤੂੰ ਵੀ ਉਸ ਦਬ ਵਰਗਾ ਬਣ, ਕਿਉਂਕਿ ਉਸ ਦਬ ਵਰਗਾ ਬਣੇਗਾ ਤੇ ਰੱਬ ਦੇ ਘਰ ਤੱਕ ਪਹੁੰਚ ਜਾਏਗਾ। ਜੇ ਸਾਈਂ ਲੋੜੈ ਸਭ, ਜੇ ਤੂੰ ਰੱਬ ਨੂੰ ਲੋੜਦਾ, ਜੇ ਤੂੰ ਰੱਬ ਨੂੰ ਚਾਹੁੰਦਾ ਕਿ ਮੈਂ ਪਾ ਲਵਾਂ,
ਹੁਣ ਸਭ ਦੇ ਅੰਦਰ ਇਹੋ ਜਿਹਾ ਖਿਆਲ ਨਹੀਂ ਪੈਦਾ ਹੁੰਦਾ। ਖਾਸ ਕਰ ਅੱਜ ਦੇ ਸੰਸਾਰ ਵੱਲ ਜਦੋਂ ਤੁਸੀਂ ਵੇਖੋਗੇ, ਝਾਤ ਮਾਰੋਗੇ, ਬੜੇ ਵਿਰਲੇ ਨੇ ਸਾਧ ਸੰਗਤ। ਸਾਡੇ ਵਿੱਚੋਂ ਹੀ ਕਈ ਨਹੀਂ ਵਿਰਲੇ ਹੋਣਗੇ ਇਹੋ ਜਿਹੇ, ਆਪਾਂ ਲੋਚਦੇ ਹਾਂ ਕਿ ਵੀ ਆਪਾਂ ਰੱਬ ਨੂੰ ਮਿਲੀਏ। ਸਾਨੂੰ ਤਾਂ ਇਹ ਭਰਮ ਲੱਗ ਜਾਂਦਾ ਕਿ ਵੀ ਰੱਬ ਨੂੰ ਮਿਲਣਾ ਤੇ ਪਹਿਲਾਂ ਮੌਤ ਹੈ, ਮੌਤ ਤੋਂ ਬਾਅਦ ਹੀ ਰੱਬ ਨੂੰ ਮਿਲਿਆ ਜਾ ਸਕਦਾ। ਸਾਡੇ ਅੰਦਰ ਇਹੋ ਜਿਹੀ ਸੋਚ ਆਪਾਂ ਦੁੜਾ ਲੈਂਦੇ ਹਾਂ। ਨਹੀਂ, ਐਸਾ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਮਰਨ ਤੋਂ ਬਾਅਦ ਹੀ ਰੱਬ ਨੂੰ ਮਿਲਿਆ ਜਾ ਸਕਦਾ। ਜਿਉਂਦੇ ਜੀ ਰੱਬ ਤੱਕ ਪਹੁੰਚਿਆ ਜਾ ਸਕਦਾ। ਫਿਰ ਹਜ਼ੂਰ ਨੂੰ ਪੁੱਛੀਏ, ਸਤਿਗੁਰੂ ਜੀਓ, ਮੈਂ ਰੱਬ ਨੂੰ ਮਿਲਣਾ ਤੇ ਚਾਹੁੰਦਾ, ਮੇਰੇ ਮਨ ਦੇ ਅੰਦਰ ਇੱਕ ਆਸ ਤਾਂ ਹੈਗੀ ਹੈ, ਮੇਰੇ ਅੰਦਰ ਇੱਕ ਕਿਣਕਾ ਤੇ ਹੈ ਰੱਬ ਨੂੰ ਮਿਲਣ ਦਾ, ਪਰ ਕਿਵੇਂ? ਹਜ਼ੂਰ ਨੇ ਕਿਹਾ, ਸ਼ਬਦ ਮਰੋ, ਰੱਬ ਨੂੰ ਮਿਲਣਾ। ਜੇ ਰੱਬ ਨੂੰ ਮਿਲਣਾ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਪਹਿਲੀ ਗੱਲ, ਦੱਬ ਵਰਗਾ ਬਣ। ਜਿੱਦਣ ਤੂੰ ਦੱਬ ਦੀ ਤਰ੍ਹਾਂ ਆਪਣਾ ਆਪ ਮੇਟ ਦੇਗਾ ਨਾ, ਉਸ ਦਿਨ ਅਸਲ ਦੇ ਵਿੱਚ ਤੇਰਾ ਆਪਣਾ ਆਪਾ ਖਤਮ ਹੋ ਜਾਏਗਾ ਤੇ ਤੂੰ ਰੱਬ ਤੱਕ ਪਹੁੰਚ ਜਾਏਗਾ। ਦੂਜੀ ਉਦਾਹਰਣ ਦਿੱਤੀ ਹੈ ਭਗਤ ਫਰੀਦ ਜੀ ਨੇ ਖਾਕ ਦੀ। ਚਲੋ ਆਪਾਂ ਅੱਗੇ ਜਾ ਕੇ ਉਹਦਾ ਜ਼ਿਕਰ ਕਰਾਂਗੇ। ਇੱਥੇ ਹਜ਼ੂਰ ਕਹਿੰਦੇ ਆ, ਜੇ ਸਾਈਂ ਲੋੜੈ ਸਭ ਇੱਕ ਛਿਜੈ ਵਿਆਹ ਲਤਾੜੀਆਂ। ਦੱਬ ਦੇ ਇੱਕ ਬੂਟੇ ਨੂੰ ਲੋਕ ਤੋੜਦੇ ਆ। ਭਾਵਰਤ ਸਮਝਿਓ, ਦੱਬ ਦੇ ਇੱਕ ਬੂਟੇ ਨੂੰ ਲੋਕ ਤੋੜਦੇ ਆ ਤੇ ਕਈ ਹੋਰ ਬੂਟੇ ਉਹਨਾਂ ਦੇ ਪੈਰਾਂ ਦੇ ਹੇਠ ਲਟਾੜੇ ਵੀ ਜਾਂਦੇ ਆ। ਇੱਕ ਤਾਂ ਤੋੜ ਰਿਹਾ ਤੇ ਤੋੜਦਿਆਂ ਉਹ ਕਈਆਂ ਦੇ ਪੈਰਾਂ ਥੱਲੇ ਲਤਾੜੇ ਵੀ ਜਾਂਦੇ ਆ। ਅੱਗੇ ਹਜ਼ੂਰ ਕਹਿੰਦੇ ਆ, ਤਾਂ ਸਾਈਂ ਦੇ ਦਰਵਾੜੀਆਂ, ਉਹ ਲਤਾੜੇ ਜਾਂਦੇ ਆ ਤਾਂ ਕਿਤੇ ਜਾ ਕੇ ਉਹ ਸਾਈਂ ਦੇ ਦਰ ਦੇ ਘਰ ਪਹੁੰਚਦੇ ਆ। ਭਾਵ ਤਾਂ ਸਾਈਂ ਦੇ ਦਰਵਾੜੀਆ ਤੋਂ ਅਰਥ ਹੈ, ਜੇ ਤੂੰ ਇਹੋ ਜਿਹਾ ਸੁਭਾਅ ਬਣਾ ਲੈ ਤਾਂ ਤੂੰ ਮਾਲਕ ਦੇ ਦਰ ਤੇ ਕਬੂਲ ਹੋ ਜਾਏ। ਤੇ ਅਗਲਾ ਸ਼ਬਦ ਇਹਦੇ ਭਾਵ-ਅਰਥ ਕੀ ਨੇ? ਫਰੀਦਾ, ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਬੰਦਾ ਜਿਹੜਾ ਹੈ ਨਾ, ਉਹ ਖਾਕ ਤੋਂ ਪੈਦਾ ਹੋਇਆ। ਉਹ ਗੱਲ ਵੱਖਰੀ ਹੈ ਕਿ ਬੰਦਾ ਖਾਕ ਨਾਲ ਨਹੀਂ ਜੁੜ ਕੇ ਰਾਜੀ। ਮਾੜੀ ਜੀ ਵੀ ਮਿੱਟੀ ਲੱਗਦਾ ਬੰਦੇ ਨੂੰ ਤੇ ਬੰਦਾ ਸਾਫ਼ ਕਰਨ ਦੇ ਲਈ ਭੱਜਦਾ ਦੌੜਦਾ। ਕਿਉਂ? ਬੰਦੇ ਨੂੰ ਖਾਕ, ਧੂੜ, ਡਸਟ ਜਿਹਨੂੰ ਆਪਾਂ ਕਹਿੰਦੇ ਆ, ਮਿੱਟੀ ਉੱਡਦੀ ਪਸੰਦ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ, ਬੰਦਿਆ ਇੱਕ ਗੱਲ ਚੇਤੇ ਰੱਖ, ਜਿਸ ਚੀਜ਼ ਨੂੰ ਅੱਜ ਤੂੰ ਨਿੰਦਦਾ ਹੈ ਨਾ, ਮੈਨੂੰ ਇੱਕ ਬੇਨਤੀ ਹੋਰ ਚੇਤੇ ਆਈ। ਬੰਦੇ ਦਾ ਸੁਭਾਅ ਹੀ ਇੱਕ ਇਹੋ ਜਿਹਾ ਬਣਿਆ ਹੋਇਆ, ਕਿਉਂਕਿ ਬੰਦਾ ਆਪਣੇ ਸੁਭਾਅ ਅਨੁਸਾਰ ਚੜ੍ਹਦਾ ਤੇ ਲਹਿੰਦਾ ਰਹਿੰਦਾ। ਸੁਭਾਅ ਕਰਕੇ ਬੰਦਾ ਚੜ੍ਹਦੀ ਕਲਾ ਵਿੱਚ ਹੈ, ਸੁਭਾਅ ਕਰਕੇ ਬੰਦਾ ਢਹਿੰਦੀ ਕਲਾ ਵਿੱਚ ਹੈ। ਹੁਣ ਆਪਣੇ ਸੁਭਾਅ ਵੱਲ ਜਦੋਂ ਬੰਦਿਆ ਤੂੰ ਝਾਤ ਮਾਰੇਗਾ ਨਾ, ਤੇਰਾ ਸੁਭਾਅ ਬਣ ਚੁੱਕਿਆ ਹਰੇਕ ਚੀਜ਼ ਨੂੰ ਨਿੰਦਣਾ। ਇਹ ਬੰਦੇ ਦਾ ਸੁਭਾਅ ਹੈ, ਹਰੇਕ ਚੀਜ਼ ਦੀ ਨਿੰਦਾ। ਚੰਗੀ ਚੀਜ਼ ਵੀ ਹੋਏਗੀ ਉਹਦੀ ਨਿੰਦਾ ਕਰੇਗਾ, ਮਾੜੀ ਚੀਜ਼ ਵੀ ਹੋਏਗੀ ਕਈ ਵਾਰ ਬੰਦਾ ਉਹਦੀ ਉਸਤਤ ਕਰ ਬੈਂਦਾ। ਕਿਉਂ? ਮਾੜੀ ਚੀਜ਼ ਦੇ ਵਿੱਚ ਤੇ ਚੰਗੀ ਚੀਜ਼ ਦੇ ਵਿੱਚ ਫਰਕ ਨਹੀਂ ਆਪ ਸਮਝ ਪਾ ਰਿਹਾ। ਚੰਗਾ ਕੀ ਹੈ, ਮਾੜਾ ਕੀ ਹੈ। ਇਸੇ ਕਰਕੇ ਮਾੜੀ ਨੂੰ ਚੰਗਾ ਕਹਿੰਦਾ ਤੇ ਚੰਗੀ ਨੂੰ ਇਹ ਨਿੰਦਦਾ। ਇਹੀ ਸੰਸਾਰ ਤੇ ਹੋ ਰਿਹਾ, ਚੇਤੇ ਰੱਖਣਾ। ਗੱਲ ਕੱਲੀ ਖਾਕ ਦੀ ਨਹੀਂ ਆ ਸਾਧ ਸੰਗਤ। ਹਜ਼ੂਰ ਨੇ ਕਿਹਾ, ਨਿੰਦਾ ਭਾਵੇਂ ਕਿਸੇ ਵੀ ਚੀਜ਼ ਦੀ ਹੋਵੇ ਨਾ, ਹੈ ਤਾਂ ਮਾੜੀ। ਨਿੰਦਾ ਭਾਵੇਂ ਕਿਸੇ ਮਨੁੱਖ ਦੀ ਹੋਵੇ ਜਾਂ ਕਿਸੇ ਜੰਤ ਦੀ ਹੋਵੇ, ਨਿੰਦਾ ਹੈ ਤਾਂ ਮਾੜੀ। ਹਜ਼ੂਰ ਨੇ ਬਾਣੀ ਦੇ ਅੰਦਰ ਕੁਝ ਕੁ ਇਸ਼ਾਰੇ ਦਿੱਤੇ ਨੇ ਨਿੰਦਾ ਦੇ ਪਰਥਾਏ। ਸਤਿਗੁਰੂ ਜੀ ਕਹਿੰਦੇ, ਨਿੰਦਾ ਭਲੀ ਕਿਸੇ ਕੀ ਨਾਈ। ਚਲੋ ਇੱਥੇ ਖਾਕ ਦੀ ਗੱਲ ਕੀਤੀ ਹੈ, ਪਰ ਹਜ਼ੂਰ ਨੇ ਸਾਰਿਆਂ ਦੇ ਬਾਰੇ ਗੱਲ ਕਰ ਦਿੱਤੀ ਕਿ ਨਿੰਦਾ ਕਿਸੇ ਦੀ ਹੋਵੇ। ਭਾਵੇਂ ਤੂੰ ਆਪਣਾ ਇੱਕ ਸੁਭਾਅ ਬਣਾ ਲੈ ਕਿ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ। ਨਿੰਦਾ ਭਲੀ ਕਿਸੇ ਕੀ ਨਹੀਂ। ਪਰ ਜੇ ਕਿਤੇ ਤੂੰ ਨਿੰਦਿਆ ਕਰਦਾ ਹੈ ਨਾ, ਪਰ ਇੱਕ ਗੱਲ ਚੇਤੇ ਰੱਖੀ,
मनमुख मुग्ध करन, ये निंदा मनमुख बंदे करया करदे आ, अपने मन दे पिछे दौड़न वाले करया करदे आ। कदी भी जेड़े गुरु दे राह ते तुरदे आ, रब्बी राह ते तुरन वाले कदी भी किसी दी निंदा नहीं करदे। हाँ, बंदे दा सुभाव है फिर जेकर रब्बी राह ते भी कोई तुरया होवे ते ओहदी भी निंदा करदा है। गुरु अर्जन देव महाराज जी का एक पावन बचन ख्याल विच आया। सतगुरु जी कहते ने हर जन राम नाम गुण गावै। हरि दा जन परमात्मा दे गुण गा रहा, रब्बी इबादत कर रहा, पर रब्बी इबादत करन वालियां दी भी लोक निंदा कर रहे आ। क्यों? क्योंकि समझ नहीं है। जे समझ होवे ते कदी भी इस पासे ना कूड़ वाले पासे बंदा कदी भी ना तुरे, सच दे मार्ग नूं इख्तियार कर ले। सतगुरु गुरु अर्जन देव महाराज कहते आ, हर जन राम नाम गुण गावै। हरि दा जन हरि परमात्मा दे गुणां नूं गा रहा है, पर वो गुण गांदियां ओहदे अंदर एक बड़ी कमाल दी अवस्था बन गई। जे को निंद करे हर जन की तां अपना गुण ना गवावै। वो कदी भी अपने गुण नूं नहीं गवाउंदा, अपने गुण नूं थोड़ा छड्डदा है। मैं आप जी दे नाल इत्थे गल साझी करना चाहुंदा। खाक दी बंदिया तू जिन्नी मर्जी निंदिया कर लै, खाक नूं जिन्ना मर्जी तू माड़ा कह लै, बुरा कह लै, खाक ने तेरी निंदिया करन दे नाल बदल नहीं जाना। क्यों? मेरे सतगुरु जी ने इस धरती नूं माता क्या होया, जिस मिट्टी ते आपां रहिंदे आ ना, जिउंदे आ, जिहदे विचों सानूं जीवन मिलदा है। किहड़ी चीज़ है खाण वाली जिहड़ी धरती तो पैदा नहीं हुंदी, जिन्हों बंदा निंददा। हजूर बाणी दे अंदर इनू मात कह के समानदे आ। जे पानी भी है तो वह पानी भी धरती दे विचों ही निकल रहा जिहड़ा तू रोज पी रहा। जिस खाक दी तू निंदिया कर रहा, जिस मिट्टी दी तू निंदिया कर रहा, उस खाक दे विचों की कुछ नहीं निकल रहा। मैं बेनती करा फिर आप जी का इशारा ही दवाना चाहना। हजूर सच्चे पातशाह ने ना जिहड़ा बचन तुहाडे नाल मैं साझा, इत्थों ही गल मैं साझी करांगा आप जी दे नाल। हर जन राम नाम गुण गावै, जे कोई निंद करे हर जन की अपना गुण ना गवावै। वो कदी भी अपने गुण नूं नहीं गवाउंदा। क्यों? उहदा कारण है, सतगुरु जी कहंदे संत ना छाडै संत ही। संत बिरती दा जिहड़ा मालक हुंदा है ना, वो कदी भी अपनी संतताई नहीं छड्डदा। क्यों? क्योंकि हमेशा ही उन्हें झुक के रहना हुंदा है, हमेशा ही वो निभ के रहिंदा है। निवना भाव की है? फिर निवण का भाव अर्थ है कि भी निमरता विच रहना। गल्ली बाती नहीं साध संगत, गल्ली बाती नहीं। हुण हजूर कहंदे आ हंकारी बंदा कदी नहीं निवेगा। जे निवना ही है, वेख दब जिहड़ी है वो थल्ले रहिंदी है, पैरां विच लताड़ी जांदी है, सारी जिंदगी निभ के रहिंदी है, मुसल्ला बनदी परवान हो जाती है। खाक सारी जिंदगी पैरां थल्ले रहिंदी है, वो नीवी होके रहिंदी है। पर चेते रखना खाक नूं निंददा कोई नहीं। वो जे जिउंदियां जी तू ओनू लताड़दा ते मरियां तो बाद तैनूं थां भी तां दिंदी है, मरियां तो बाद थां भी तां दिंदी है। ये नहीं कि तैनूं थां नहीं दिंदी। तू दुनियावी घर छड्ड के उस खाक दे विच आ जा, खाक तैनूं कदी नहीं कहेगी तू सारी जिंदगी मैनूं निंददा रहा, तू हुण मेरे कोल की लैण आया। वो कहंदे आ मैं तैनूं घर इत्थे पा के हमेशा लई देंगी। उस घर विचों तैनूं कोई कढ देगा, पर इस खाक विचों तैनूं कोई दूर नहीं करेगा। क्यों? मेरे ही ते तू अंश है, मेरे चों ही ते पैदा होया। एक है निवणा ते मैं जिहड़े भाव अर्थ आप जी दे नाल साझे करना चाहुंदा। इन्हां दोनां बचनां दे अंदरों ना निवण की गल सामने आउंदी है, निमरता की गल सामने आउंदी है। सतगुरु धन गुरु ग्रंथ साहिब महाराज जी ने जदों निवण की गल कीती है ना, सतगुरु जी कहंदे पहली गल हंकारी बंदा कदी नहीं निवेगा। जिहड़ा अपने हंकार विच होगा कदी नहीं निवेगा। एक बचन आपां पढ़दे आ, सुखी बसै मस्कीनियां। मस्कीनियां दा अर्थ की है भला? मस्कीन का अर्थ है दीन गरीब, झुक के रहने वाला, हमेशा ही सदा
झुक के चलण वाला, ਉਹਨੂੰ ਕਹਿੰਦੇ ਆ ਆਪਾਂ ਨਿਵ ਕੇ ਚੱਲਣ ਵਾਲਾ। ਉਹਨੂੰ ਹਜ਼ੂਰ ਕਹਿੰਦੇ ਆ ਸੁਖੀ ਵਸੈ ਮਸਕੀਨੀਆਂ। ਸੁਖੀ ਉਹੀ ਵਸਦਾ ਜਿਹੜਾ ਨਿਵ ਕੇ ਚੱਲਦਾ, ਆਪਣੇ ਗਰੀਬ ਭਾਵ ਨੀਵਾਂ ਹੋ ਕੇ ਤੁਰਦਾ ਹੈ। ਸਤਿਗੁਰੂ ਜੀ ਕਹਿੰਦੇ ਆ ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ ਆਪਣਾ ਆਪ ਛੱਡ ਦਿੰਦਾ ਹੈ। ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੇ, ਜਿਹੜੇ ਨਿਵ ਕੇ ਨਹੀਂ ਨਾ ਸਨ ਤੁਰਦੇ, ਉਹ ਮੈਂ ਗਰਭ ਦੇ ਵਿੱਚ ਗਲਦੇ ਹੋਏ ਵੱਡੇ ਵੱਡੇ ਹੰਕਾਰੀ ਵੇਖੇ ਨੇ। ਹਜੂਰ ਨੇ ਨਾ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਆਸਾ ਕੀ ਵਾਰ ਦੇ ਅੰਦਰ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ ਨਿਵਣ ਦੀਆਂ। ਉਹ ਬੜੀਆਂ ਪਿਆਰੀਆਂ ਮੈਨੂੰ ਲੱਗੀਆਂ, ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ। ਸਤਿਗੁਰੂ ਜੀ ਨੇ ਸਿਮਲ ਰੁੱਖ ਤੋਂ ਸ਼ੁਰੂ ਕੀਤਾ। ਸੁਣਿਓ ਸ਼ਲੋਕ ਮਹੱਲਾ ਪਹਿਲਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ। ਫਲ ਪਿੱਖੇ ਫੁੱਲ ਬਕ ਬਕੇ, ਕੰਮ ਨਾ ਆਵੈ ਪਤ। ਗੁਣ ਚੰਗਿਆਈਆਂ ਨਾਨਕਾ ਮਿਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਇੱਥੋਂ ਤੱਕ ਤਾਂ ਹਜੂਰ ਨੇ ਇਹ ਕਹਿ ਦਿੱਤਾ ਜਿਹੜੇ ਸਿਮਲ ਰੁੱਖ ਸਨ, ਬੜੇ ਉੱਚੇ ਤੇ ਦੀਰਘ ਨਜ਼ਰ ਆਉਂਦੇ ਸਨ, ਹੁਣ ਉਹਨਾਂ ਤੇ ਬੜੀ ਆਸ ਰੱਖ ਕੇ ਪੰਛੀ ਆਏ ਕਿ ਵੀ ਇਹਨਾਂ ਦੇ ਕੋਲੋਂ ਕੁਝ ਪ੍ਰਾਪਤ ਹੋਏਗਾ, ਪਰ ਸਿਰਫ ਉਹ ਵੱਡੇ ਦਿਸਦੇ ਸਨ। ਉਹਨਾਂ ਦੇ ਫਲ ਫੁੱਲ ਬਕ ਬਿਕੇ ਸਨ, ਤੇ ਜਿਹੜੇ ਪੰਛੀ ਆਸ ਲਾ ਕੇ ਆਏ ਸਨ ਉਹਨਾਂ ਦੇ ਕੋਲੋਂ ਨਿਰਾਸ਼ ਚਲੇ ਗਏ। ਕਿਉਂ? ਨਾ ਤੇ ਉਹਨਾਂ ਕੋਲ ਗੁਣ ਸਨ, ਨਾ ਚੰਗਿਆਈਆਂ ਸਨ। ਹਜੂਰ ਕਹਿੰਦੇ ਆਪਣੇ ਅੰਦਰ ਗੁਣ ਚੰਗਿਆਈਆਂ ਤਤ ਕਾਇਮ ਕਰ, ਭਾਵ ਤੈਨੂੰ ਨਿਵਣਾ ਆ ਜਾਏ। ਕਿਸ ਤਰ੍ਹਾਂ? ਅਗਲੀਆਂ ਪੰਕਤੀਆਂ ਵਿੱਚ ਧਿਆਨ ਦਿਓ। ਮਿਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਹਜੂਰ ਨੇ ਨਾ ਅਗਲੀ ਜਿਹੜੀ ਉਦਾਹਰਨ ਦਿੱਤੀ ਹੈ, ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ। ਧਰਤ ਰਾਜੂ ਤੋਲੀਏ ਨਿਵੈ ਸੁਗੌਰਾ ਹੋਏ। ਹੁਣ ਇੱਥੇ ਹਜੂਰ ਨੇ ਬੜੀ ਕਮਾਲ ਦੀ ਉਦਾਹਰਨ ਦਿੱਤੀ। ਨਿਵਣਾ ਤੈਨੂੰ ਇਸ ਤਰ੍ਹਾਂ ਆ ਜਾਏ, ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ। ਧਰਤ ਰਾਜੂ ਤੋਲੀਏ ਨਿਵੈ ਸੋ ਗੋਰਾ ਹੋਏ। ਅੱਗੇ ਹਜੂਰ ਕਹਿੰਦੇ ਆ ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹੇ। ਹੁਣ ਇੱਥੇ ਉਦਾਹਰਨ ਦਿੱਤੀ ਸਤਿਗੁਰੂ ਜੀ ਨੇ, ਕਹਿੰਦੇ ਵੇਖ ਧਰਤ ਰਾਜੂ ਤੋਲੀਏ। ਤਰਾਜੂ ਨੂੰ ਜਦੋਂ ਤੋਲਿਆ ਜਾਂਦਾ ਹੈ ਉਹ ਨੀਵਾਂ ਹੁੰਦਾ ਹੈ, ਇੱਕ ਪਾਸਾ ਉਹਦਾ ਨੀਵਾਂ ਹੁੰਦਾ ਹੈ, ਇੱਕ ਪਾਸਾ ਉਹਦਾ ਉੱਚਾ ਉੱਠ ਜਾਂਦਾ ਹੈ। ਇਸੇ ਤਰ੍ਹਾਂ ਹਜੂਰ ਕਹਿੰਦੇ ਨਿਵਦਾ ਤੇ ਉਹ ਵੀ ਹੈ। ਜਿਉ ਹੰਤਾ ਮਿਰਗਾਹੇ, ਕਹਿਣ ਲੱਗੇ ਵੇਖ ਮਿਰਗ ਦਾ ਸ਼ਿਕਾਰ ਕਰਨ ਵਾਲਾ ਸ਼ਿਕਾਰੀ ਵੀ ਨਿਮਦਾ ਝੁਕਦਾ ਹੈ। ਇਹ ਸਨ ਉਦਾਹਰਨਾਂ। ਹੁਣ ਅੱਗੇ ਹਜੂਰ ਕਹਿੰਦੇ ਆ ਅਪਰਾਧੀ ਦੂਣਾ ਨਿਵੈ, ਜਿਉ ਹੰਤਾ ਮਿਰਗਾਹੇ। ਸਤਿਗੁਰੂ ਜੀ ਕਹਿੰਦੇ, ਫਿਰ ਕਹਿੰਦੇ ਹਜੂਰ ਨੂੰ ਪੁੱਛੀਏ ਸਤਿਗੁਰ ਕਰੀਏ ਕੀ? ਸਤਿਗੁਰੂ ਜੀ ਕਹਿੰਦੇ ਆ ਮੈਂ ਤੈਨੂੰ ਸਮਝਾਵਾਂ। ਰਿਦੈ ਸਤਿਗੁਰੂ ਜੀ ਕਹਿੰਦੇ ਸੀਸ ਨਵਾਇਆ ਕਿਆ ਥੀਐ। ਤੂੰ ਸੀਸ ਨਵਾਇਆ, ਕੀ ਹੋ ਗਿਆ? ਸੀਸ ਨਵਾ ਦਿੱਤਾ। ਸੀਸ ਤਾਂ ਸ਼ਿਕਾਰੀ ਸ਼ਿਕਾਰ ਕਰਨ ਵਾਲਾ ਵੀ ਨਿਵਾ ਰਿਹਾ ਹੈ, ਤਰਾਜੂ ਵੀ ਨਿਭ ਰਿਹਾ ਹੈ। ਸੀਸ ਨਵਾਇਆ ਕਿਆ ਥੀਐ ਜੇ ਹਿਰਦੈ ਕੁਸੁੱਤੇ ਜਾਏ। ਜੇ ਹਿਰਦੇ ਭਾਵ ਅੰਦਰ ਤੋਂ ਹੀ ਤੈਨੂੰ ਨਿਵਣਾ ਨਹੀਂ ਆਇਆ ਤੇ ਫਿਰ ਤੂੰ ਨਿਵਿਆ ਨਹੀਂ। ਸਤਿਗੁਰੂ ਫਿਰ ਮੈਂ ਕਿਵੇਂ ਨਿਵਾਂ? ਇੱਕ ਉਦਾਹਰਣ ਦੇਣੀ ਚਾਹੁੰਦਾ ਤੁਹਾਨੂੰ। ਹਜੂਰ ਸੱਚੇ ਪਾਤਸ਼ਾਹ ਦੀ ਬਾਣੀ ਦੇ ਜਾਂ ਇਤਿਹਾਸ ਦੇ ਵਿੱਚੋਂ ਸਤਿਗੁਰੂ ਜੀ ਕਹਿੰਦੇ ਆ ਜੇ ਨਿਵਣਾ ਹੀ ਆ ਨਾ, ਭਾਈ ਜੇਠੇ ਦੇ ਵਾਂਗ ਨਿਵੀਂ। ਨਿਵਣਾ ਆ ਜਾਏ, ਸਾਨੂੰ ਰਹਿਣਾ ਆ ਜਾਏ ਉਸ ਰਸ ਦੇ ਅੰਦਰ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਿਰ ਦੇ ਉੱਤੇ ਮਿੱਟੀ ਦੀ ਟੋਕਰੀ ਚੁੱਕੀ ਹੋਈ ਹੈ, ਦਾੜਾ ਮਿੱਟੀ ਦੇ ਨਾਲ ਲਿਬੜਿਆ ਹੋਇਆ, ਵਸਤਰ ਪਾਏ ਹੋਏ ਮਿੱਟੀ ਦੇ ਨਾਲ ਲਿਬੜੇ ਹੋਏ ਆ। ਇਉਂ ਕਹਿ ਲਈਏ ਕਿ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਮਿੱਟੀ ਦੇ ਨਾਲ ਲਿਬੜੇ ਹੋਇਆ ਭਾਈ ਜੇਠਾ ਜੀ, ਬਾਬਾ ਜੇਠਾ ਜੀ। ਇੱਕ ਬਜ਼ੁਰਗ ਬਾਬਾ ਆਇਆ, ਬਜ਼ੁਰਗ ਬਾਬੇ ਨੇ ਆ ਕੇ ਭਾਈ ਜੇਠੇ ਦਾ ਹੱਥ ਪਕੜ ਲਿਆ। ਹੱਥ ਪਕੜ ਕੇ ਇੱਕ ਗੱਲ ਆਖੀ, ਕਹਿਣ ਲੱਗੇ ਜੇਠਿਆ ਤੂੰ ਤਾਂ ਕੁੱਲ ਨੂੰ ਦਾਗ ਲਾ ਦਿੱਤਾ ਓਏ, ਤੂੰ ਤਾਂ ਆਪਣੀ ਕੁੱਲ ਵੱਲ ਵੀ ਧਿਆਨ ਨਹੀਂ ਕੀਤਾ।
ਉੱਥੋਂ तक ਉਹਨੂੰ बचन कह दिते। कहन लगे पहला घर दे विच 2 जाने चढ़ाई कर गए सन, चंगा हुंदा तू उन्हां दे नाल ही चढ़ाई कर जांदा, तू ते कुल नूं दाग ला दिता है। कह लगे ना तेनू समझ पई ते जेड़ा तेरे कोलों टोकरियां चकारिया ना ओनू समझ पई। ते भाई जेठे ने टोकरी रखी, टोकरी रख के गुरु अमरदास पातशाह दे चरनां विच जाके डिग पिया। दातिया ये बचन मेरे लिए वरते सन, मैं जर गया पर तेरे लिए वरते, मैनू माफ कर दी। वो कौन सी जिन्हें बचन वरते सन? वो लाहौर तो आए भाई जेठा जी दे रिश्तेदार सन। कई कहते उन्होंने दे चाचे तायां दे विचों बजुर्ग सन। हजूर सच्चे पातशाह गुरु अमरदास महाराज जी ने बाबा जेठा जी नूं एक गल आखी, बाबा भाई जेठिया पुत जेठिया कोई गल नहीं, तू निव के गुरु घर दी सेवा कर रहा है। ਇਹੋ ਜਿਹੇ ਜਿਹੜੇ ਆਪਣੇ ਹੰਕਾਰ ਵਿੱਚ ਆਉਂਦੇ ਆ, ਇਹਨਾਂ ਨੂੰ ਕੀ ਪਤਾ ਹੈ ਕਿ ਵੀ ਤੇਰੇ ਸਿਰ ਤੇ ਚੁੱਕੀਆਂ ਹੋਈਆਂ ਟੋਕਰੀਆਂ ਇਹ ਕੀ ਕੁਝ ਆਪਣੇ ਵਿੱਚ ਲੈ ਕੇ ਬੈਠੀਆਂ ਨੇ। ਭਾਈ ਜੇਠਿਆ ਇਹ ਹੰਕਾਰ ਵਿੱਚ ਆਏ ਆ, ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ, ਇਹਨਾਂ ਨੂੰ ਨਹੀਂ ਪਤਾ। ਪਰ ਇਹਨਾਂ ਨੂੰ ਇਹ ਦੱਸ ਦਈਏ ਆਪਾਂ ਕਿ ਵੀ ਤੇਰੇ ਸਿਰ ਤੇ ਚੁੱਕੀ ਹੋਈ ਟੋਕਰੀ ਇਹ ਟੋਕਰੀ ਨਹੀਂ, ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਰਹਿਮਤ ਹੈ, ये गुरु नानक पातशाह दे घर दी बख्शिश है। क्योंकि इस टोकरी ने कल नूं जदों वरताना है ना, भर भर के वरताना है। यह निवण वालियां दी गल, जेड़े निवे गुरु ने उन्हां दे अंदर भी भर दिते, उन्हां दे बाहर भी भर दिते। निव के आएगा ना, सतगुरु जी कहंदे सब कुछ भर देंगा। जे हंकार विच आएगा ते सतगुरु जी कहंदे वेख जेड़े टिब्बे होया करदे आ ना, बारिश का पानी तो उन्हां ते भी पैंदा है। बारिश हुंदी है टिब्बियां दे उत्ते पानी पैंदा है, पर जिन्ना भी पानी हुंदा वो टिब्बियां तो थल्ले आ जांदा है। टिब्बे सुक्के दे सुक्के रह जांदे आ, पर जो थल्ले पानी आ गया वो सारियां नूं हरिया कर दिंदा है। सतगुरु जी कहंदे ये टिब्बे दी तरह ने, ये कल नूं सुक्के दे सुक्के रह जाणगे, पर तू निव के आया तू हरे दा हरा हो जाएगा। आपां हरे होना है, आपां रस विच रहना है, ते रस विच आपां तां ही रह सकदे हां जे खजूर दियां आ उदाहरणां जिहड़ियां बाबा फरीद जी ने दित्तियां। कहण लगे जे निवणा है ते सतगुरु जी कहंदे दब दी तरह निव, मुसल्ला बन के रब दे घर वो प्रवान हो जाती है। जे निवणा है ते एक खाक दी तरह बन, क्योंकि खाक नूं निंदण वालिया खाक विच बड़ा वड्डा गुण है। वो केड़ा गुण है? बाबा फरीद जी कहंदे आ फरीदा खाक ना निंदी है, खाकू जेड़ ना कोई, भाव खाक वर्गा कोई नहीं, इहदे वर्गा वड्डा कोई नहीं। क्यों किवें? हजूर अगे उदाहरण देंदे जीवन दे पैरां तले जिउंदियां ते तेरे पैरां थल्ले हुंदी है। जदों तू छाला मारदा है, जदों तू खेडदा है इहदे उत्ते तां ये तेरे पैरां थल्ले हुंदी है, मूहियां उपर होए ते जदों तू मर जाना है, संसार नूं छड्ड जाना है, भावें राख बन जी। अज की हुंदा है? चलो बाबा फरीद जी ने मुसलमान तरीके दे नाल उदाहरण दित्ती है, पर अज दे समय दे अंदर आपां वेखीए आपां की करदे आ, कई बार मर्यादा अनुसार जिहड़े करदे आ, कई बार खाक नूं इकट्ठी करदे आ, राख नूं इकट्ठी करन वाले कई कहंदे चलो पानी विच प्रवाह कर दिंदे, ते कई की करदे आ उत्थे खड्डा खोद के दब दिंदे आ। भावें कोई दब दवे ते भावें कोई शरीर नूं खाक सपुर्द कर दवे, हजूर कहंदे वेख वो तेरे लिए किड्डा वड्डा गुण लैके बैठी है। खाक तू मरदा है ते उस खाक दे विच खाक हो जाना है। वो तेनू संभालण दी किन्नी वड्डी ताकत रखती है, ते जिहड़ी चीज़ एडी वड्डी ताकत रखती है हजूर कहंदे उहनू कदी निंदी दा नहीं हुंदा। इन्हां दोहां बचनां दे अंदर भगत फरीद जी ने दो उदाहरणां दे के सानू किवें निवड़ना है, किवें निव के रहना है, ये दो उदाहरणां सानू समझाइयां। सो ये गल्लां साडे हिरदे दे अंदर वस जाण ते इन्हां राहीं सानू जीवन जिउणा आ जाए। इन्नी को बेनती प्रवान करो जी, भुल्लां दी खिमा। वाहिगुरू जी का खालसा, वाहिगुरू जी की फतेह।